ਨਮਸਕਾਰ ਫਾਸਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ। ਸਾਲ 2020 ਦੇ ਵਿੱਚ ਮਨੁੱਖੀ ਜ਼ਿੰਦਗੀ ਤੋਂ ਲੈ ਕੇ ਦੇਸ਼ ਦੀ ਅਰਥਵਿਵਸਥਾ ਦੇ ਵਿੱਚ ਵੱਡਾ ਬਦਲਾਅ ਆਇਆ ਹੈ। ਕੋਰੋਨਾ ਮਹਾਮਾਰੀ ਨੇ ਹਰ ਸੈਕਟਰ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਸੰਕਟ ਨੂੰ ਦੂਰ ਕਰਨ ਅਤੇ ਗ੍ਰਾਹਕਾਂ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਅਤੇ ਆਰਬੀਆਈ ਯਾਨੀ ਕਿ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਸਮੇਂ-ਸਮੇਂ ਤੇ ਕਈ ਵੱਡੇ ਐਲਾਨ ਕੀਤੇ ਗਏ। ਦੂਜੇ ਪਾਸੇ ਗੱਲ ਜੇਕਰ ਕਾਰਪੋਰੇਟ ਸੈਕਟਰ ਦੀ ਕਰੀਏ ਤਾਂ ਇਹ ਸਾਲ ਦਿੱਗਜ ਕੰਪਨੀਆਂ ਦੇ ਲਈ ਬੇहद महत्वपूर्ण रहा, जिन्हों ने चुनौतियों को मौकों के विच बदल के आत्मनिर्भर भारत मुहिम के विच अपना वड्डा योगदान पाया। साल 2020 ਦੇ ਵਿੱਚ ਕਾਰੋਬਾਰ ਜਗਤ ਦੇ ਵਿੱਚ ਆਏ ਉਤਾਰ ਚੜ੍ਹਾਅ ਦਾ ਜ਼ਿਕਰ ਕਰੀਏ ਤਾਂ ਜਨਵਰੀ ਦੇ ਵਿੱਚ GST ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਕਾਰੋਬਾਰ ਜਗਤ ਇਨਵੋਇਸਿੰਗ ਦੇ ਰੂਬਰੂ ਹੋਇਆ ਹੈ। 1 ਜਨਵਰੀ ਨੂੰ 500 ਕਰੋੜ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਦੇ ਲਈ ਇਸ ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਹੈ, ਜੋ ਕਿ ਸਵੈ ਇਛੁਕ ਸੀ। ਫਿਰ 100 ਕਰੋੜ ਟਰਨਓਵਰ ਵਾਲਿਆਂ ਦੇ ਲਈ ਇਸ ਦਾ ਟ੍ਰਾਇਲ ਫਰਵਰੀ ਦੇ ਵਿੱਚ ਸ਼ੁਰੂ ਹੋਇਆ ਅਤੇ ਬਾਅਦ ਦੇ ਵਿੱਚ ਦੋਵੇਂ ਕੈਟਾਗਰੀਆਂ ਦੇ ਲਈ ਅਪ੍ਰੈਲ 2020 ਤੋਂ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ, ਜਿਸ ਦਾ ਇੱਕੋ ਇੱਕ ਮਕਸਦ ਸੀ ਟੈਕਸ ਚੋਰੀ ਤੇ ਲਗਾਮ ਲਗਾਉਣਾ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਪੈਨਸ਼ਨ ਕੋਸ਼ ਦੇ ਵਿੱਚੋਂ ਇੱਕ ਮੁਸ਼ਤ ਰਾਸ਼ੀ ਕਢਵਾਉਣ ਦੀ ਸੁਵਿਧਾ ਦੀ ਸ਼ੁਰੂਆਤ 1 ਜਨਵਰੀ 2020 ਤੋਂ ਕੀਤੀ, ਜਿਸ ਦੇ ਤਹਿਤ ਪੈਨਸ਼ਨ ਧਾਰਕਾਂ ਨੂੰ ਐਡਵਾਂਸ ਦੇ ਵਿੱਚ ਪੈਨਸ਼ਨ ਦਾ ਇੱਕ ਹਿੱਸਾ ਇੱਕ ਮੁਸ਼ਤ ਦਿੱਤਾ ਜਾਂਦਾ ਹੈ ਅਤੇ 15 ਸਾਲ ਤੱਕ ਪੈਨਸ਼ਨ ਦੀ ਤਿਹਾਈ ਕਟੌਤੀ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਨੇ GST ਪੰਜੀਕਰਨ ਨੂੰ ਹੋਰ ਸੁਖਾਲਾ ਬਣਾਉਣ ਦੇ ਮਕਸਦ ਨਾਲ ਆਧਾਰ ਦੇ ਜ਼ਰੀਏ ਪੰਜੀਕਰਨ ਦਾ ਫੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ ਵੀ ਜਨਵਰੀ ਦੇ ਵਿੱਚ ਹੀ ਕੀਤੀ ਗਈ ਹੈ। फरवरी महीने ਦੇ ਵਿੱਚ ਆਏ ਬਦਲਾਅ ਦਾ ਜ਼ਿਕਰ ਕਰੀਏ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਫਰਵਰੀ ਦੇ ਵਿੱਚ ਲੋਕ ਸਭਾ ਵਿੱਚ ਮੋਦੀ ਸਰਕਾਰ ਦਾ ਦੂਸਰਾ ਬਜਟ ਪੇਸ਼ ਕੀਤਾ ਗਿਆ। ਬਜਟ ਦੇ ਵਿੱਚ ਤੇਜਸ ਐਕਸਪ੍ਰੈਸ ਵਰਗੀਆਂ ਟ੍ਰੇਨਾਂ ਨੂੰ ਨਵੇਂ ਰੂਟਸ ਤੇ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਮਾਰਗਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਅਤੇ ਮਾਨਵ ਰਹਿਤ ਰੇਲਵੇ ਫਾਟਕ ਨੂੰ ਖਤਮ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਨਾਲ ਹੀ ਕੇਂਦਰ ਨੇ 27,000 ਕਿਲੋਮੀਟਰ ਦੇ ਟਰੈਕ ਨੂੰ ਇਲੈਕਟ੍ਰੀਕਲ ਕਰਨ ਦਾ ਵੱਡਾ ਐਲਾਨ ਕੀਤਾ ਹੈ। ਬਜਟ ਦੇ ਵਿੱਚ ਕੰਪਨੀਆਂ ਅਤੇ ਮਿਊਚੁਅਲ ਫੰਡ ਹਾਊਸ ਨੂੰ ਦਿੱਤੇ ਜਾਣ ਵਾਲੇ ਡਿਵਿਡੈਂਡ ਤੇ 10% ਦੀ ਵਿਤਰਨ ਟੈਕਸ ਨੂੰ ਵੀ ਖਤਮ ਕਰ ਦਿੱਤਾ ਗਿਆ ਅਤੇ ਹੁਣ ਇਸ ਟੈਕਸ ਦਾ ਭੁਗਤਾਨ ਲਾਭਪਾਤਰੀ ਦੇ ਵੱਲੋਂ ਕੀਤਾ ਜਾਣਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਵਿੱਚ ਆਮ ਬਜਟ ਪੇਸ਼ ਕਰਦਿਆਂ ਹੋਇਆਂ ਸਿੱਖਿਆ ਖੇਤਰ ਦੇ ਵਿੱਚ ਹੋਰ ਸੁਧਾਰ ਲਈ ਸਾਲ 2021 ਦੇ ਵਿੱਚ 99,300 ਕਰੋੜ ਰੁਪਏ ਖਰਚ ਕਰਨ ਦਾ ਵੱਡਾ ਐਲਾਨ ਕੀਤਾ ਹੈ ਅਤੇ ਨਾਲ ਹੀ 3,000 ਕਰੋੜ ਰੁਪਏ ਸਕਿੱਲ ਡਿਵੈਲਪਮੈਂਟ ਲਈ ਦਿੱਤੇ ਜਾਣ ਦੀ ਗੱਲ ਆਖੀ ਸੀ। ਮਾਰਚ ਮਹੀਨੇ ਦੇ ਵਿੱਚ ਰਿਜ਼ਰਵ ਬੈਂਕ ਨੇ ਕੋਰੋਨਾ ਮਹਾਮਾਰੀ ਦੇ ਸਮੇਂ ਗ੍ਰਾਹਕਾਂ ਨੂੰ ਲੋਨ ਮੈਰੀਟੋਰੀਅਮ ਦੀ ਸੁਵਿਧਾ ਉਪਲਬਧ ਕਰਵਾਈ, ਜਿਸ ਦੇ ਤਹਿਤ ਲੋਕਾਂ ਨੂੰ EMI ਟਾਲਣ ਦਾ ਬਦਲ ਦਿੱਤਾ ਗਿਆ ਹੈ, ਕਿਉਂਕਿ ਕੋਰੋਨਾ ਕਾਲ ਦੇ ਵਿੱਚ ਕਾਰੋਬਾਰ ਤੇ ਵੱਡਾ ਅਸਰ ਪਿਆ ਸੀ ਅਤੇ ਲੋਕ ਕਾਰੋਬਾਰ ਨਾ ਚੱਲਣ ਦੇ ਚਲਦਿਆਂ ਆਪਣੀ EMI ਭਰਨ ਦੇ ਵਿੱਚ ਅਸਮਰਥ ਸਨ। ਡਿਜੀਟਲ ਟ੍ਰਾਂਜੈਕਸ਼ਨ ਦੇ ਨਾਲ ਜੁੜੇ ਫਰੋਡ ਤੇ ਰੋਕ ਲਗਾਉਣ ਦੇ ਲਈ ਆਰਬੀਆਈ ਨੇ 16 ਮਾਰਚ ਨੂੰ ਨਵੇਂ ਨਿਯਮ ਲਾਗੂ ਕਰ ਦਿੱਤੇ, ਜਿਸ ਨਾਲ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਦੁਰਵਰਤੋਂ ਰੋਕਣ ਦੇ ਲਈ ਕਾਫੀ ਮਦਦ ਮਿਲੀ। ਨਵੇਂ ਨਿਯਮਾਂ ਦੇ ਮੁਤਾਬਕ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਨਾਲ ਸਿਰਫ ATM ਅਤੇ OPM ਟਰਮੀਨਲ ਤੇ ਇਸਤੇਮਾਲ ਦੀ ਸੁਵਿਧਾ ਉਪਲਬਧ ਕਰਵਾਈ ਗਈ। ਇਸ ਨਾਲ ਹੀ ਭਾਰਤੀ ਜੀਵਨ ਬੀਮਾ ਨਿਗਮ ਦੇ ਸ਼ੇਅਰ ਬਾਜ਼ਾਰ ਦੇ ਵਿੱਚ ਸੂਚੀਬੱਧ ਹੋਣ ਦੇ ਬਾਵਜੂਦ ਪਾਲਿਸੀ ਧਾਰਕਾਂ ਦੇ ਹਿੱਤ ਨੂੰ ਸੁਰੱਖਿਅਤ ਰੱਖਣ ਦੇ ਲਈ ਇਸ ਦਾ ਕੰਟਰੋਲ ਕੇਂਦਰ ਨੇ ਆਪਣੇ ਕੋਲ ਰੱਖਣ ਦਾ ਵੱਡਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਰਾਜ ਸਭਾ ਦੇ ਵਿੱਚ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਅਪ੍ਰੈਲ ਮਹੀਨੇ ਦੇ ਵਿੱਚ ਦੇਸ਼ ਦੇ 10 ਵੱਡੇ ਬੈਂਕਾਂ ਦਾ ਰਲੇਵਾਂ ਕਰ ਦਿੱਤਾ ਗਿਆ, ਜਿਨ੍ਹਾਂ ਨੂੰ 4 ਬੈਂਕਾਂ ਦੇ ਵਿੱਚ ਬਦਲ ਦਿੱਤਾ ਗਿਆ, ਜਿਸ ਨਾਲ ਦੇਸ਼ ਦੇ ਸਰਵਜਨਕ ਖੇਤਰ ਦੇ ਵਿੱਚ ਬੈਂਕਾਂ ਦੀ ਸੰਖਿਆ 27 ਤੋਂ ਘਟ ਕੇ 12 ਹੋ ਗਈ। ਜਿਹੜੇ ਬੈਂਕਾਂ ਨੂੰ ਆਪਸ ਦੇ ਵਿੱਚ ਮਰਜ ਕੀਤਾ ਗਿਆ ਉਹਨਾਂ ਦੇ ਵਿੱਚ ਯੂਨੀਅਨ ਬੈਂਕ ਆਫ ਇੰਡੀਆ, ਕਾਰਪੋਰੇਸ਼ਨ ਬੈਂਕ, ਆਂਧਰਾ ਬੈਂਕ, ਇੰਡੀਅਨ ਬੈਂਕ, ਇਲਾਹਾਬਾਦ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ, ਓਰੀਐਂਟਲ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਕੇਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਸ਼ਾਮਲ ਨੇ। ਬਜਟ 2020 ਦੇ ਵਿੱਚ ਵਿਅਕਤੀਗਤ ਆਮਦਨ ਕਰ ਦੀ ਵੀ ਨਵੀਂ ਵਿਵਸਥਾ ਕੀਤੀ ਗਈ, ਜਿਸ ਦੇ ਮੁਤਾਬਕ 2.5 ਲੱਖ ਤੋਂ 5 ਲੱਖ ਤੱਕ ਦੀ ਆਮਦਨ ਤੇ 5%, 5 ਲੱਖ ਤੋਂ 7.5 ਲੱਖ ਦੀ ਆਮਦਨ ਤੇ 10%, 7.5 ਲੱਖ ਤੋਂ 10 ਲੱਖ ਦੀ ਆਮਦਨ ਤੇ 15% ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤੋਂ ਬਿਨਾਂ 10 ਲੱਖ ਤੋਂ 12.5 ਲੱਖ ਦੀ ਇਨਕਮ ਤੇ 20%, 12.5 ਲੱਖ ਤੋਂ 15 ਲੱਖ ਤੱਕ ਦੀ ਆਮਦਨ ਤੇ 25% ਅਤੇ 15 ਲੱਖ ਤੋਂ ਜ਼ਿਆਦਾ ਆਮਦਨ ਕਰਨ ਵਾਲਿਆਂ ਨੂੰ 30% ਟੈਕਸ ਲਗਾਉਣ ਦਾ ਪ੍ਰਸਤਾਵ 1 ਅਪ੍ਰੈਲ ਤੋਂ ਲਾਗੂ ਕਰ ਦਿੱਤਾ ਗਿਆ ਹੈ। ਕੋਰੋਨਾ ਕਾਲ ਦੇ ਵਿੱਚ ਡਗਮਗਾਈ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਤੋਂ ਲੀਹਾਂ ਤੇ ਲਿਆਉਣ ਦੇ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ
20,97,053 करोड़ के आर्थिक पैकेज का वड्डा ऐलान किया गया है। वित्त मंत्री ने लगातार 5 दिन प्रेस कॉन्फ्रेंस करके सरकार के वलों लोक हित विच कीते गए यत्नां दे बारे विस्तार विच जानकारी सांझी की। उन्होंने कहा कि सरकार ने किसान, प्रवासी मजदूर, कारपोरेट सैक्टर आदि दे लई हर संभव यत्न कीते ने। वित्त मंत्री निर्मला सीतारमण ने एक देश एक राशन कार्ड योजना ਨੂੰ लागू ਕਰਨ ਦੀ ਗੱਲ ਆਖੀ, जिस के अनुसार देश के किसी भी हिस्से तो किसी भी डिपो तो राशन लिया जा सकता है। इस तो इलावा वित्त मंत्री ਦੇ ਵੱਲੋਂ पेंडू रोजगार गारंटी योजना यानी मनरेगा ਦੇ ਲਈ 40,000 करोड़ रुपए ਦਾ फंड भी जारी किया गया। इस कारण कोरोना काल ਦੇ ਵਿੱਚ कारोबार ठप होने करके ਪਿੰਡਾਂ ਨੂੰ वापस जा रहे प्रवासी मजदूरों ਨੂੰ रोजगार मिल सके। जून महीने ਦੇ ਵਿੱਚ ਆਏ ਬਦਲਾਅ ਦੀ ਜ਼ਿਕਰ ਕਰੀਏ ਤਾਂ ਕੇਂਦਰ ਸਰਕਾਰ ਨੇ ਨਾਰੀਅਲ ਦੇ ਸਮਰਥਨ ਮੁੱਲ ਦੇ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਪਹਿਲਾਂ 2571 रुपए प्रति क्विंटल ਵਿਕਣ ਵਾਲਾ ਨਾਰੀਅਲ ਦਾ ਭਾਅ ਹੁਣ 2700 रुपए प्रति क्विंटल ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਪੌਪਕਾਰਨ ਨੂੰ ਆਪ ਖਾਣੇ ਤੋਂ ਹਟਾ ਕੇ ਖਾਸ ਕਲੱਬ ਦੇ ਵਿੱਚ ਸ਼ਾਮਲ ਕੀਤਾ ਗਿਆ, ਜਿਸ ਤੇ GST ਦੀ ਦਰ 18% ਨਿਰਧਾਰਿਤ ਕੀਤੀ ਗਈ ਹੈ। निजी खेतर दिया 20 बैंकों के प्रमुखों की मीटिंग दे विच वित्त मंत्री ने सूक्ष्म लघु उद्योगों के लिए 3 लाख करोड़ रुपए के कर्ज सुविधा गारंटी योजना यानी ESLGM ਨੂੰ ਬਣਾਉਣ ਦਾ प्रस्ताव दिता है, जिस का कोरोना महामारी से इसकी रोकथाम के लिए किए गए लॉकडाउन के विच सार्थक असर देखने को मिला है। जुलाई महीने ਦੇ ਵਿੱਚ ਫਲਿੱਪਕਾਰਟ ਸਮੂਹ ਨੇ ਦੇਸ਼ ਦੇ ਵਿੱਚ 50,000 ਅਰਬ ਡਾਲਰ ਦੇ ਡਿਜੀਟਲ ਬਾਜ਼ਾਰ ਫਲਿੱਪਕਾਰਟ ਹੋਲਸੇਲ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕੰਪਨੀ ਨੇ ਵੈਲਮਾਰਟ ਇੰਡੀਆ ਪ੍ਰਾਈਵੇਟ ਲਿਮਟਿਡ ਦੀ 100% ਹਿੱਸੇਦਾਰੀ ਖਰੀਦਣ ਦੀ ਵੀ ਗੱਲ ਆਖੀ ਹੈ। ਤੁਹਾਨੂੰ ਦੱਸ ਦਈਏ ਕਿ ਵਾਲਮਾਰਟ ਇੰਡੀਆ ਦੇਸ਼ ਦੇ ਵਿੱਚ ਬੈਸਟ ਪ੍ਰਾਈਸ ਨਾਮ ਦੀਆਂ ਥੋਕ ਦੁਕਾਨਾਂ ਚਲਾ ਰਿਹਾ ਹੈ। कोरोना महामारी के प्रकोप ਨੂੰ ਵੇਖਦਿਆਂ ਹੋਇਆ ਕੋਵਿਡ ਕੇਂਦਰਿਤ ਸਿਹਤ ਪਾਲਿਸੀ ਦੀ ਸ਼ੁਰੂਆਤ ਕੀਤੀ ਗਈ, ਜਿਸ ਦੀ ਬੀਮਾ ਕੰਪਨੀਆਂ ਨੂੰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਕੋਰੋਨਾ कवच प्रीमियम ते 5% छूट देने की गल आखी गई तां जो कोरोना मरीजों का सही इलाज हो सके। अगस्त महीने के विच RBI ने गोल्ड लोन होर आकर्षित बनाने के लिए सोने के गहने ते 90% तक लोन देने की इजाजत दी है, जिस ते पहला 75% तक ही लोन दिता जाता सी। काबिले गौर है कि कोरोना के मद्देनजर यह सुविधा 31 मार्च 2021 तक उपलब्ध है। कोरोना वायरस महामारी के प्रभाव तो खेती खेतर ਨੂੰ ਬਚਾਉਣ ਦੇ ਲਈ ਕੇਂਦਰ ਦੇ ਵੱਲੋਂ ਵੱਡੇ ਕਦਮ ਚੁੱਕੇ ਗਏ, ਜਿਸ ਦੇ ਤਹਿਤ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਤੁਹਾਨੂੰ ਦੱਸੀਏ ਕਿ 17 ਅਕਤੂਬਰ 2020 तक 1.22 करोड़ किसान क्रेडिट कार्ड के जरिए 1,02,065 करोड़ रुपए का लाभ प्राप्त कर चुके सन। अगस्त महीने विच प्रधानमंत्री मोदी दे ਵੱਲੋਂ ईमानदारी नाल टैक्स का भुगतान करने वाले करदातावां दे लई एक विशेष प्लेटफॉर्म की शुरुआत की गई। हालांकि इस तो पहले भी PM मोदी ईमानदार करदातावां की तारीफ करते नजर आए ने, पर इस बार नवे करदातावां नूं उत्साहित करने के लिए एक वक्रे प्रोग्राम की शुरुआत की गई है। सितंबर महीने के विच विश्व बैंक के ਵੱਲੋਂ जारी की गई सूची विच भारत का 116वां स्थान है। विश्व बैंक के ਵੱਲੋਂ जारी मानव पूंजी सूचकांक रिपोर्ट के अनुसार भारत का स्कोर 2018 के विच 0.44 तो वध के 2020 के विच 0.49 पहुंच गया। काबिले गौर है कि सूची के विच 2020 के विच 174 देशों दी अर्थव्यवस्थावां अते सिक्ख्या प्रबंधां दा आंकड़ा शामिल है। सितंबर महीने विच ही SBI के ਵੱਲੋਂ सुरक्षित बैंकिंग उपलब्ध करवाउण दे लई नवीं ATM सेवा की शुरुआत की गई। SBI OTP आधारित ATM कैश विड्रॉल सुविधा 24 घंटे लागू करने का फैसला किया सी। 18 सितंबर तो यह नियम देश भर के विच लागू कर दिते गए। अक्टूबर महीने के विच केंद्र सरकार ने GPF ते 7.1% ब्याज देने का बड़ा ऐलान किया है। नवी ब्याज दर 1 अक्टूबर 2020 तो लागू हो गई है। रिजर्व बैंक ने अक्टूबर के विच नवा फरमान जारी करदे हुए पेमेंट सिस्टम ऑपरेटर्स नूं नवा स्वै अधिकार वाला QR कोड जारी करने तो रोक दिता है। RBI के आदेशों के मुताबिक देश के विच डिजिटल और सुरक्षित लेन देन के लिए यह ड्राफ्ट तैयार किया गया है। अक्टूबर महीने के विच भारत सरकार ने अडानी ग्रुप नूं देश के 3 वड्डे हवाई अड्डियां के संचालन और प्रबंधन का जिम्मा सौंपिया है। केंद्रीय मंत्रालय ने इसके लिए अडानी अहमदाबाद इंटरनेशनल लिमिटेड, अडानी लखनऊ इंटरनेशनल एयरपोर्ट लिमिटेड, अडानी मंगलुरु इंटरनेशनल लिमिटेड दे नाल MOU साइन कीते।
ਸੰਕਟ ਵਿੱਚ ਫਸੇ ਲక్ష్ਮੀ ਬੈਂਕ ਨੂੰ ਨਵੰਬਰ ਮਹੀਨੇ ਦੇ ਵਿੱਚ DBS ਬੈਂਕ ਇੰਡੀਆ ਦੇ ਨਾਲ ਮਰਜ ਕਰ ਦਿੱਤਾ ਗਿਆ। DBS ਬੈਂਕ ਇੰਡੀਆ ਨੇ ਆਪਣੇ ਬਿਆਨ ਦੇ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸੀਏ ਕਿ ਸਰਕਾਰ ਨੇ RBI ਦੀ ਬੈਂਕਿੰਗ ਨਿਯਮਾਂ ਦੇ ਮੁਤਾਬਕ ਹੀ ਦੋਹਾਂ ਬੈਂਕਾਂ ਨੂੰ ਮਰਜ ਕੀਤਾ ਹੈ। ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੀ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਸਮੂਹ ਨੇ ਸੰਕਟ ਵਿੱਚ ਫਸੀ ਕੰਪਨੀ DHFL ਦੇ ਲਈ 33,000 ਕਰੋੜ ਦੀ ਬੋਲੀ ਲਗਾਈ। ਹਾਲਾਂਕਿ ਬੋਲੀ ਵਿੱਚ ਸ਼ਾਮਲ ਪ੍ਰਤੀਭਾਗੀਆਂ ਦਾ ਕਹਿਣਾ ਹੈ ਕਿ ਸਮੂਹ ਨੇ ਕਥਿਤ ਰੂਪ ਦੇ ਵਿੱਚ ਸਮਾਂ ਸੀਮਾ ਦੀ ਪਾਲਣਾ ਨਹੀਂ ਕੀਤੀ, ਜਿਸ ਕਰਕੇ ਅਡਾਨੀ ਦੀ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਦਸੰਬਰ ਮਹੀਨੇ ਦੇ ਵਿੱਚ ਜੋ ਬਦਲਾਅ ਆਏ ਨੇ ਕਾਰੋਬਾਰ ਖੇਤਰ ਦੇ ਵਿੱਚ, ਜੇਕਰ ਉਹਨਾਂ ਦੀ ਜ਼ਿਕਰ ਕੀਤਾ ਜਾਵੇ ਤਾਂ ਦਸੰਬਰ ਦੇ ਵਿੱਚ RBI ਦੇ ਵੱਲੋਂ ਗ੍ਰਾਹਕਾਂ ਨੂੰ ਬਿਹਤਰ ਸੁਵਿਧਾ ਦੇਣ ਦੇ ਮਕਸਦ ਨਾਲ ਦਸੰਬਰ ਦੇ ਵਿੱਚ ਬੈਂਕਾਂ ਦੇ ਪੈਸਿਆਂ ਦੇ ਲੈਣ-ਦੇਣ ਦੇ ਨਾਲ ਜੁੜੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ। RBI ਨੇ RTGS ਸਿਸਟਮ ਨੂੰ ਦਸੰਬਰ 2020 ਤੋਂ 24 ਘੰਟੇ 7 ਦਿਨ ਚਾਲੂ ਰੱਖਣ ਦਾ ਵੱਡਾ ਐਲਾਨ ਕੀਤਾ ਹੈ। ਹਾਲਾਂਕਿ ਹੁਣ ਤੁਸੀਂ ਵੱਡੀ ਰਕਮ ਟ੍ਰਾਂਸਫਰ ਕਰਨ ਦੇ ਲਈ ਬੈਂਕ ਜਾ ਕੇ ਕਾਗਜ਼ੀ ਕਾਰਵਾਈ ਤੋਂ ਨਿਜਾਤ ਪਾ ਸਕਦੇ ਹੋ। ਨਿਊਜ਼ ਟੈਕਸਟ ਤੋਂ ਪਰਵਿੰਦਰ ਕੁਮਾਰ ਦੀ ਰਿਪੋਰਟ, ਫਾਸਟ ਵੇ ਨਿਊਜ਼।